ਅਸੀਂ ਕੋਤਵਾਲੀ ਤੋਂ 1 ਘੰਟੇ ਤੋਂ ਬੈਠੇ ਆ। ਮੇਰੇ ਗੁਰੂ ਜੀ ਦਾ ਸਿਰ ਪਾੜਤਾ, ਉਹਨਾਂ ਦੀ ਬਾਹ ਤੋੜਤੀ। कम से कम भी 100-150 गुंडा लेके वो हमारे डेरे में तोड़पन करी, हमें मार दिया, जान से मार दिया। ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਕਿ ਅੱਜ ਸਵੇਰੇ ਤੋਂ ਹੀ ਪਟਿਆਲਾ ਦੇ ਵਿੱਚ ਇੱਕ ਮਸਲਾ ਜਿਹੜਾ ਹੈ ਭਖਿਆ ਹੋਇਆ, ਉਹ ਮਸਲਾ ਹੈ ਕਿੰਨਰ ਸਮਾਜ ਦਾ। ਸੋ ਇਹ ਅੱਜ ਦਾ ਨਹੀਂ, ਇਹ ਮਸਲਾ ਲੰਬੇ ਅਰਸੇ ਤੋਂ ਚੱਲਿਆ ਆ ਰਿਹਾ ਇੱਕ ਡੇਰੇ ਦੇ ਵਿਵਾਦ ਨੂੰ ਲੈ ਕੇ। ਅੱਜ ਫੁਹਾਰਾ ਚੌਂਕ ਜਾਮ ਕਰਕੇ ਕਿੰਨਰ ਸਮਾਜ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਸਿਮਰਨ ਮਹੰਤ ਵੱਲੋਂ ਗੁੰਡਿਆਂ ਨਾਲ ਕੁੱਟਮਾਰ ਕਰਵਾਈ ਗਈ ਤੇ ਜਿਹੜਾ ਡੇਰਾ ਉਹਨਾਂ ਵੱਲੋਂ 3 ਕਰੋੜ 'ਚ ਵੇਚ ਦਿੱਤਾ ਸੀ ਉਸ ਦੇ ਦੁਆਰਾ ਕਬਜ਼ ਹੋ ਗਏ ਹੈ। ਪਰ ਇਸ ਵਕਤ ਅਸੀਂ ਉਸੇ ਡੇਰੇ ਦੇ ਵਿੱਚ ਬੈਠੇ ਹਾਂ ਜਿਸ ਦੇ ਕਬਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਔਰ ਸਿਮਰਨ ਮਹੰਤ ਸਾਡੇ ਨਾਲ ਨੇ। ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਕਿ ਆਖਰ ਇਸ ਪੂਰੇ ਮਸਲੇ 'ਚ ਸੱਚਾਈ ਕੀ ਹੈ। ਮਹੰਤ ਜੀ, ਬਹੁਤ ਬਹੁਤ ਸਵਾਗਤ ਹੈ। ਸਿੱਧੇ ਤੌਰ ਤੇ ਪਹਿਲਾ ਹੀ ਸਵਾਲ ਹੈ ਕਿ ਇਹਦੇ ਵਿੱਚ ਕੀ ਸੱਚਾਈ ਹੈ ਕਿ ਜਿਹੜੀ ਚੀਜ਼ ਤੁਸੀਂ ਵੇਚਤੀ 3 ਕਰੋੜ ਰੁਪਏ 'ਚ ਫਿਰ ਦੁਬਾਰਾ ਕਿਉਂ ਉਹਦੇ ਤੇ ਕਾਬਜ਼ ਹੋ ਗਏ? हाँ जी, सब तो पहला मेरी सत श्री अकाल तो थोनों जी आया कहनी है, तुसी आए हो, बहुत अच्छी गल है। तुसी मेरी ये जी आवाज़ है पटियाले दे विच और अपना मेरे होर भी जेडे देख रहे मेरे दर्शक और होर भी मेरे चाहन वाले और होर भी मेरे अपना जिन्ना भी प्रशासन है जिन्होंने इन्होंने मिसगाइड किया होया कि नंबर 1 भी सिमरन महंत ने 3 करोड़ रुपए दे विच इलाका सानू बेचता, नंबर 2 भी अज गुंडे बदमाश लैके उन्हें कब्जा किया। इस तरह की कोई गल नहीं। मैं पहला भी अपने डेरे च आंदी जानी है, मेरे सामने बजुर्गों की कबरां ने, मैं वो कबरां का भी सारा देख रेख करदी हाँ। और अपने ही मेरा डेरा बड़ा पुराना है और ये डेरा बड़ा नामी ग्रामी है। इनू हथियाण पिछे इन्होंने नवी नवी प्लैनिंग 3-4 साल तो कीतियां। और मेरे गल्लां हुण अगे आईयां ने कि ये जिहड़े झगड़े 3 साल तो हो रहे ने, ये पूनम महंत ते जिन्ने भी पटियाले दे जिन्ने भी महंत ने सारे ये रल मिल के एक साजिश इकट्ठी करते सी कि सिमरन महंत दे उत्ते असीं इन्हां नूं नकली किन्नरां नूं चढ़ा के नकली किन्नरां तो ਵਧਾਈਆਂ ਦੀ ਚੋਰੀਆਂ करा के सिमरन ਨੂੰ ਅਸੀਂ ਦੁਖੀ ਕਰਕੇ ਇੱਥੋਂ ਪਟਿਆਲੇ ਦੇ ਵਿੱਚੋਂ ਕੱਢੀਏ। ਕਿਉਂਕਿ ਇਹ ਮੇਰੇ ਬਜ਼ੁਰਗ ਮੈਨੂੰ ਮੇਰੀ ਛੋਟੀ ਦੀ ਉਮਰ ਦੇ ਵਿੱਚ ਗੱਡੀ ਮਿਲ ਗਈ। ਮੇਰੇ ਬਜ਼ੁਰਗ 95 ਸਾਲ ਦੇ ਸੀ, ਲਾਲਾ ਸਤਪਾਲ ਮਹੰਤ ਜੀ। ਉਹਨਾਂ ਦਾ ਜਦੋਂ ਇੰਤਕਾਲ ਹੋਇਆ ਮੈਂ ਆਪ ਆਪਣੇ ਹੱਥੀਂ ਉਹਨਾਂ ਨੂੰ ਦਫਨਾਇਆ। ਫਿਰ ਮੈਨੇ ਪਟਿਆਲੇ ਦੇ ਵਿੱਚ ਬਹੁਤ ਵੱਡਾ ਸੰਮੇਲਨ ਵੀ ਕੀਤਾ ਜਿਹਦੇ ਬਾਰੇ ਤੁਹਾਨੂੰ ਪੂਰੇ ਪਟਿਆਲੇ ਦੇ ਪ੍ਰਸ਼ਾਸਨ ਨੂੰ, ਪੂਰੇ ਇੰਡੀਆ ਨੂੰ ਪਤਾ ਉਸ ਚੀਜ਼ ਦਾ ਕਿ ਸਿਮਰਨ ਨੇ ਪਟਿਆਲੇ 'ਚ ਪ੍ਰਸ਼ਾਸਨ ਕੀਤਾ। ਮੈਨੂੰ ਚੰਗੀ ਭਲੀ ਗੱਦੀ ਮਿਲੀ। ਆਪਣੀ ਗੱਦੀ ਨੂੰ ਕੌਣ ਵੇਚ ਸਕਦਾ? ਨਾ ਤਾਂ ਡੇਰਾ ਕਦੇ ਵਿਕਦਾ ਔਰ ਨਾ ਹੀ ਕਦੇ ਵਿਕਦਾ ਮੈਂ ਕਦੇ ਦੇਖਿਆ। ਫਿਰ ਜਿਹੜੇ ਅਸਟਾਮ ਦਾ ਉਹ ਜ਼ਿਕਰ ਕਰ ਰਹੇ ਹੋ ਔਰ ਦਿਖਾ ਰਹੇ ਹੋ ਉੱਥੇ ਕਿ ਇਹ ਅਸਟਾਮ ਸਾਡੇ ਕੋਲ ਨੇ, ਇਹਨਾਂ ਅਸਟਾਮਾਂ ਦੇ ਆਧਾਰ ਤੇ ਤੁਹਾਡੀ ਫੋਟੋ ਵੀ ਲੱਗੀ ਹੋਈ ਹੈ ਕਿ ਇਸ ਅਸਟਾਮ ਦੇ ਉੱਤੇ ਇਹਨਾਂ ਨੇ ਡੇਰਾ ਵੇਚ ਦਿੱਤਾ ਸੀ। ਸੁਣੋ, ਇਹ ਬੜੇ 420 ਲੋਕ ਨੇ, ਬਹੁਤ ਇਹੋ ਜਿਹੇ ਕੰਮ ਕਰਦੇ ਨੇ ਔਰ ਇਹ ਆਪਣੇ ਪੈਸੇ ਦੀ ਪਾਵਰ ਦਿਖਾ ਕੇ ਹਰੇਕ ਨੂੰ ਖਰੀਦ ਲੈਂਦੇ ਨੇ। ਇਹਨਾਂ ਦੇ ਕੋਲ ਨਜਾਇਜ਼ ਪੈਸਾ ਪਤਾ ਨਹੀਂ ਕਿੱਥੋਂ ਆਉਂਦਾ, ਬਲੈਕ ਮਨੀ। ਇਹਨਾਂ ਗੋਲਡ ਪਤਾ ਨਹੀਂ ਇਹਨਾਂ ਕੋਲ ਕਿੱਥੋਂ ਆਉਂਦਾ। ਅੰਬਾਲੇ ਦੇ ਵਿੱਚ ਇਹਨਾਂ ਦਾ ਮੁੱਖ ਡੇਰਾ ਹੈ। ਇਹਨਾਂ ਦਾ ਆਪਣੇ ਪੂਰੇ ਇੰਡੀਆ ਦੇ ਵਿੱਚ ਸਾਡੇ ਕਿੰਨਰਾਂ ਦੇ ਵਿੱਚ ਬਹੁਤ ਵੱਡੀ ਦਹਿਸ਼ਤ ਇਹਨਾਂ ਨੇ ਪਾਈ ਹੋਈ ਹੈ ਕਿ ਅਸੀਂ ਪੈਸੇ ਦੇ ਨਾਲ ਪਤਾ ਨਹੀਂ ਅਸੀਂ ਕੀ ਕਰ ਲਾਂਗੇ। ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਐਸਾ ਅੰਸ਼ ਪੈਦਾ ਹੁੰਦਾ ਕਿ ਕੋਈ ਉਹਨਾਂ ਨੂੰ ਮਤਲਬ ਕੋਈ ਨਾ ਕੋਈ ਨੱਥ ਪਾਣ ਵਾਲਾ ਮਿਲ ਜਾਂਦਾ। ਪਰ ਤੁਸੀਂ ਕਹਿੰਦੇ ਹੋ ਪੈਸੇ ਉਹ ਤਾਂ ਕਹਿੰਦੇ ਵੀ ਸਿਮਰਨ ਮਹੰਤ ਕੋਲ ਪੈਸਾ ਬਹੁਤ ਹੈ, ਉਹਨੇ 25-30 ਲੱਖ ਰੁਪਇਆ ਪੁਲਿਸ ਨੂੰ ਦੇਤਾ ਤੇ ਪੁਲਿਸ ਨੂੰ ਖਰੀਦ ਲਿਆ, ਪ੍ਰਸ਼ਾਸਨ ਨੂੰ ਖਰੀਦ ਲਿਆ। ਮੈਨੂੰ ਜੋ ਮੇਰੇ ਪਟਿਆਲਾ ਵਾਸੀ ਮੇਰੇ ਰਾਜੀ ਰਹਿਣ, ਵਿਚਾਰੇ ਉਹਨਾਂ ਦੇ ਬੱਚੇ ਰਾਜੀ ਰਹਿਣ, ਜੋ ਮੈਨੂੰ ਆਪਣਾ ਡੋਨੇਸ਼ਨ ਭੇਜਦੇ ਨੇ ਬੱਚਿਆਂ ਦਾ ਔਰ ਮੈਂ ਆਪਣਾ ਸੋਸ਼ਲ ਵਰਕਸ ਦੇ ਵਿੱਚ, ਆਪਣਾ ਜਾਗਰਨਸ ਦੇ ਵਿੱਚ, ਆਪਣਾ ਧਾਰਮਿਕ ਪ੍ਰੋਗਰਾਮਾਂ ਵਿੱਚ ਔਰ ਆਪਣੇ ਪਟਿਆਲੇ ਦੀ ਨੀਡੇਬਲਸ ਤਾਂ ਮੈਂ ਆਪਣਾ ਪੈਸਾ ਖਿਲਾ ਕੇ ਆਪਣੇ ਕੰਮ ਕਰਵਾਵਾਂ। ਮੇਰੇ ਪਟਿਆਲੇ ਦਾ ਪ੍ਰਸ਼ਾਸਨ ਇੰਨਾ ਨੌਨਸੈਂਸ ਨਹੀਂ ਹੈ, ਇੰਨਾ ਅਨਪੜ੍ਹ ਨਹੀਂ ਹੈ ਕਿ ਮੇਰੇ ਤੋਂ ਪੈਸਾ ਲੈ ਕੇ ਇਨਲੀਗਲ ਕੰਮ ਮੇਰੇ ਤੋਂ ਕਰਵਾਊਗਾ। ਐ ਤਾਂ ਫਿਰ ਕੋਈ ਵੀ ਕਿਸੇ ਦਾ ਡੇਰਾ ਪੈਸੇ ਦੇ ਕੇ 20-25 ਲੱਖ ਰੁਪਇਆ ਦੋ ਜੀ, ਕੋਈ ਵੀ ਕਿਸੇ ਦਾ ਘਰ ਦੇ ਉੱਤੇ ਕਬਜ਼ਾ ਕਰ ਲਓ। ਕੋਈ ਆਪਣੇ ਤੁਹਾਡੇ ਫਰੈਂਡਸ ਹੋਣ, ਉਹਨਾਂ ਦੇ ਉੱਤੇ ਫਰੈਂਡਸ ਦੇ ਉੱਤੇ ਤੁਸੀਂ ਬੈਠ ਜਾਓ ਜੀ, ਤੁਸੀਂ ਸਾਈਨ ਕਰਵਾ ਲਓ ਪਿਆਰ ਨਾਲ ਪਲੋਸ ਕੇ ਜਾਂ ਕੁਝ ਕਰਕੇ। ਮੇਰੀ ਬਹੁਤ ਵੱਡੀ ਪਟਿਆਲੇ ਦੀ ਮਜਬੂਰੀ ਸੀ। ਮੇਰੀ ਮਜਬੂਰੀ ਇਹ ਹੈ ਕਿ ਮੇਰੇ ਚੇਲੇ ਮੈਨੂੰ ਪਹਿਲਾਂ ਕੁਝ ਕਿੰਨਰ ਮੈਨੂੰ ਤੰਗ ਪਰੇਸ਼ਾਨ ਕਰਦੇ ਸੀਗੇ। ਉਹ ਕਿੰਨਰਾਂ ਨੂੰ ਵੀ ਇਹਨਾਂ ਨੇ ਸਿਖਾਇਆ ਸੀ ਵੀ ਸਿਮਰਨ ਇਲਾਕਾ ਇਹਨਾਂ ਤੋਂ ਦੇਖ ਕੇ ਵੀ ਸਾਨੂੰ ਮਤਲਬ ਪਟਿਆਲੇ ਤੋਂ ਛੱਡ ਕੇ ਭੱਜ ਜਾਊਗੀ। ਤੁਹਾਨੂੰ ਪਤਾ ਹੀ ਹੈ ਫੈਸਲਾ ਵੀ ਕਰਾਇਆ ਲੇਕਿਨ ਕਦੇ ਆਪਣੇ ਫੈਸਲੇ ਤੇ ਅਟਲ ਨਹੀਂ ਰਹਿੰਦੇ, ਕਦੇ ਆਪਣੇ ਇਹ ਕਿਸੇ ਚੀਜ਼ ਦੇ ਉੱਤੇ ਅਟਲ ਨਹੀਂ ਰਹਿੰਦੇ ਔਰ ਇਹਨਾਂ ਦਾ ਕੋਈ ਦੀਨ ਨਹੀਂ ਕੋਈ ਧਰਮ ਨਹੀਂ। ਪੂਰੇ ਪਟਿਆਲੇ ਦੇ ਜਿਹੜੇ ਹੋਰ ਕਿੰਨਰ ਨੇ ਉਹ ਅੰਬਾਲਿਆਂ ਨਾਲ ਲੱਗੇ ਹੋਏ ਨੇ ਆਪਸ ਦੇ ਵਿੱਚ। ਇਹ ਸਾਡੀ ਬਰਾਦਰੀ ਵਿੱਚ ਸਕੇ ਚਾਚੇ ਤਾਏ ਨੇ। ਪਰ ਉਹ ਕਹਿੰਦੇ ਵੀ ਸਾਡੇ 2 ਜਿਹੜੇ ਚੇਲੇ ਆ ਤੁਸੀਂ ਕਿਡਨੈਪ ਕਰ ਲਿੱਤੇ ਆ, ਅੱਜ ਕੁੱਟਮਾਰ ਕੀਤੀ, ਉਹਨਾਂ ਦੇ ਕੁਝ ਲੋਕ ਜਿਹੜੇ ਹੈ ਹਸਪਤਾਲ ਦੇ ਵਿੱਚ ਦਾਖਲ ਹੈ। ਬਿਲਕੁਲ ਸਰਾਸਰ ਗਲਤ ਹੈ। ਇਹਨਾਂ ਨੇ ਮੇਰੇ ਚੇਲਿਆਂ ਦੇ ਉੱਤੇ ਹੱਥੋਂ ਪਾਈ ਕੀਤੀ। ਇੱਥੇ ਬਹੁਤ ਬੜਾ ਜਲੂਸ ਕੱਢ ਕੇ ਗਏ ਨੇ, ਕਹਿੰਦੇ ਅਸੀਂ ਤੈਨੂੰ ਮਰਵਾ ਦਾਂਗੇ, ਤੈਨੂੰ ਗੋਲੀ ਮਰਵਾ ਦਾਂਗੇ, ਤੋ ਦੇਖੀ ਚੱਲ ਤੇਰਾ ਅਸੀਂ ਕੀ ਕਰਾਂਗੇ। ਅਸੀਂ ਉੱਥੇ ਫੁਹਾਰਾ ਚੌਂਕ ਤੇ ਧਰਨੇ ਲਾਵਾਂਗੇ, ਅਸੀਂ ਨੰਗੇ ਹੋਵਾਂਗੇ, ਅਸੀਂ ਇਹ ਕਰਾਂਗੇ। ਹਰ ਜਗ੍ਹਾ ਤਾਂ ਐਂ ਕਰ ਲੈਂਦੇ ਨੇ। ਤੁਸੀਂ ਅੱਜ ਕੱਲ੍ਹ ਦੇਖਦੇ ਹੋ ਵੀਡੀਓਜ਼, ਕਿੰਨਰਾਂ ਨੇ ਪੂਰੇ ਕਿੰਨਰਾਂ ਨੇ ਕਿਸੇ ਦਬਕਾ ਬਣਾ ਰੱਖਿਆ। ਇਹ ਇੱਕ
ਜਿਹੜੇ ਇਹ ਜਿਹੇ ਬਦਮਾਸ਼ੀ ਵਾਲੇ ਕਿੰਨਰ ਨੇ ਨਾ, ਬਦਮਾਸ਼ੀ ਦੇ ਤੌਰ ਤੇ ਉਤਰੇ ਹੋਏ ਨੇ, ਇਹ ਨੰਗੇ ਹੋ ਜਾਂਦੇ ਨੇ ਜੀ, ਗੱਡੀਆਂ ਤੇ ਚੜ ਜਾਂਦੇ ਨੇ, ਪ੍ਰਸ਼ਾਸਨ ਨੂੰ ਡਰਾ ਲੈਂਦੇ ਨੇ। ਲੇਕਿਨ ਇਹ ਤੇ ਪ੍ਰਸ਼ਾਸਨ ਨੂੰ ਫਿਰ ਕੋਈ ਵੀ ਡਰਾ ਲਊਗਾ, ਕਾਨੂੰਨ ਕੋਈ ਚੀਜ਼ ਨਹੀਂ ਹੈ, ਕਾਨੂੰਨ ਤਾਂ ਕਾਨੂੰਨ ਹੈ ਨਾ। ਜਿਸ ਤਰ੍ਹਾਂ ਅਸੀਂ ਗੱਲ ਕਰ ਲਈਏ, ਜਦੋਂ ਕਿੰਨਰ ਸਮਾਜ ਹੈ ਉਹ ਲੋਕਾਂ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੁੰਦਾ, ਵਧਾਈ ਲੈਣ ਉਦੋਂ ਜਾਂਦਾ ਜਦੋਂ ਕੋਈ ਬੱਚਾ ਹੁੰਦਾ ਜਾਂ ਵਿਆਹ ਹੁੰਦਾ ਜਾਂ ਕੋਈ ਅੱਛੀ ਖੁਸ਼ੀ ਦੀ ਗੱਲ ਹੁੰਦੀ ਹੈ। ਜੇਕਰ ਕਿੰਨਰ ਇਸ ਤਰ੍ਹਾਂ ਸਮਾਜ ਦੇ ਵਿੱਚ ਲੜਨਗੇ, ਝਗੜਨਗੇ, ਇਸ ਤਰ੍ਹਾਂ ਦਹਿਸ਼ਤ ਜਿਵੇਂ ਤੁਸੀਂ ਕਹਿ ਰਹੇ ਹੋ ਫੈਲਾਣਗੇ, ਤੇ ਲੋਕਾਂ ਦਾ ਵਿਸ਼ਵਾਸ ਕਿੱਥੇ ਠਹਿਰੂਗਾ? ਇਸ ਚੀਜ਼ ਦਾ ਅਸਰ ਕਿਤੇ ਨਾ ਕਿਤੇ ਤੁਹਾਡੇ ਕਿੰਨਰ ਸਮਾਜ ਤੇ ਵੀ ਪਊਗਾ। ਮੈਂ ਲੋਕ ਅੱਜ ਕੱਲ ਬੜੇ ਐਜੂਕੇਟਡ ਨੇ, ਬੱਚੇ ਰਾਜੀ ਰਹਿਣ, ਉਹ ਬੜੇ ਅੱਜ ਕੱਲ ਸਾਰੇ ਬੜੇ ਸੈਂਸਿਟਿਵ ਨੇ, ਬੜੇ ਮਤਲਬ ਬਹੁਤ ਜ਼ਿਆਦਾ ਮੋਟੀਵੇਟ ਨੇ ਅੱਜ ਕੱਲ। ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਔਰ ਉਹ ਆਪ ਹੀ ਐਨਾਲਾਈਜ਼ ਕਰ ਲੈਂਦੇ ਨੇ, ਸ਼ਕਲ ਦੇਖ ਕੇ, ਬੋਡੀ ਲੈਂਗੁਏਜ ਦੇਖ ਕੇ ਬੰਦੇ ਦੀ ਵੀ ਕੌਣ ਕਿਸ ਤਰ੍ਹਾਂ ਦਾ ਬੰਦਾ ਹੈ ਨਾ। ਜਿਹੜੇ ਕਿੰਨਰ ਬਦਤਮੀਜ਼ੀਆਂ ਕਰਦੇ ਨੇ, ਜਾ ਕੇ ਘਰਾਂ ਦੇ ਵਿੱਚ ਜਾ ਕੇ ਵਧਾਈਆਂ ਦੇ ਵਿੱਚ, ਨਾ ਜੀ ਹਮਕੋ 1.25 ਲੱਖ ਦੋ ਜੀ, ਹਮਕੋ 50,000 ਦੋ। ਠੀਕ ਹੈ, ਕੋਈ ਘਰ ਹੁੰਦਾ ਅਮੀਰ ਹੈ ਜਿਨ੍ਹਾਂ ਕੋਲ ਰੱਬ ਦਾ ਦਿੱਤਾ ਬੜਾ ਕੁਛ ਹੈ, ਆਪਣੀ ਖੁਸ਼ੀ ਨਾਲ ਸਾਨੂੰ ਉਹ ਵੀ ਦੇ ਦਿੰਦੇ ਨੇ। ਇੱਕ ਦੋ ਵਾਰ ਅਸੀਂ ਅਗਲੇ ਨੂੰ ਕਹਿੰਦੇ ਵੀ ਆ ਵੀ ਭਾਈ ਤੁਸੀਂ ਇੰਨਾ ਕੁ ਦੇਵੋ, ਤੁਸੀਂ ਇੰਨਾ ਕੁ ਦੇ ਸਕਦੇ ਹੋ। ਹੁਣ ਇਹ ਤਾਂ ਨਹੀਂ ਵੀ ਅਗਲੇ ਤੇ ਜਾ ਕੇ ਅਸੀਂ ਹੱਥੋਂ ਪਾਈ ਕਰ ਲਾਂਗੇ, ਕੋਈ ਗਰੀਬਾਂ ਨੂੰ ਪੱਲਿਓ ਵੀ ਦੇ ਦਿੰਦੇ ਆ। ਮੈਂ ਹੁਣ ਪਟਿਆਲੇ ਦੇ ਪ੍ਰਸ਼ਾਸਨ ਨੇ ਮੰਗ ਕਰਦੀ ਵੀ ਜੇਕਰ ਕੋਈ ਤੁਹਾਡੇ ਨਾਲ ਕੋਈ ਵੀ ਪਟਿਆਲੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਵੀ ਕਿੰਨਰ ਕੋਈ ਇਹੋ ਜਿਹਾ ਕੰਮ ਕਰੇਗਾ ਤੇ ਉਹਨੂੰ ਵਧਾਈ ਨਹੀਂ ਦੇਣੀ, ਚੁੱਪ ਕਰਕੇ ਤੁਸੀਂ ਗੁਰਦੁਆਰੇ ਮੰਦਿਰ ਦੇ ਦਿਓ, ਨਹੀਂ ਡੇਰੇ ਦੇ ਵਿੱਚ ਜਾ ਕੇ ਆਪਣਾ ਮੱਥਾ ਟੇਕ ਦਿਓ। ਚਲੋ ਇਹ ਤਾਂ ਵਧੀਆ ਮੈਂ ਆਪਣੇ ਪਟਿਆਲਾ ਵਾਸੀਆਂ ਨੂੰ ਤੰਗ ਪਰੇਸ਼ਾਨ ਨਹੀਂ ਹੋਣਾ ਦੇਖ ਸਕਦੀ। ਇਹ ਅੱਛੀ ਗੱਲ ਹੈ, ਤੁਸੀਂ ਪਟਿਆਲਾ ਵਾਸੀਆਂ ਲਈ ਵੀ ਸੋਚਦੇ ਹੋ। ਪਰ ਜਿਹੜੇ ਇਲਜ਼ਾਮ ਸਾਰੇ ਲੱਗੇ ਆ ਉਹਨਾਂ ਬਾਰੇ ਕੀ ਕਹੋਗੇ? ਇਹ ਇਲਜ਼ਾਮ ਸਾਰੇ ਗਲਤ ਹੈ? ਬਾਬਾ ਨਾਨਕ ਦੇ ਅੱਛੇ ਕੰਮ ਕਰਦੇ ਸੀਗੇ, ਗੁਰੂ ਨਾਨਕ ਦੇਵ ਜੀ, ਉਹਨਾਂ ਦੇ ਉੱਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ। ਜਿਹੜੇ ਅੱਛੇ ਲੋਕ ਤੁਸੀਂ ਹੁਣ ਵੀ ਸੁਸਾਇਟੀ 'ਚ ਦੇਖਦੇ ਹੋ, ਜਿਹੜੇ ਅੱਛੇ ਕੰਮ ਕਰਦੇ ਨੇ, ਨੈਚੁਰਲੀ ਉਹਨਾਂ ਦੇ ਬੜੇ ਜ਼ਿਆਦਾ ਦੁਸ਼ਮਣ ਖੜੇ ਹੋ ਜਾਂਦੇ ਨੇ। ਹੁਣ ਮੈਂ ਇਕੱਲੀ ਖੜੀ ਜਾਂਦੀ ਹੁੰਦੀ ਆ, ਇਹਨਾਂ ਦੇ 200-250 ਹੀ ਜਿਹੜੇ ਇਕੱਠੇ ਹੋ ਕੇ ਮੇਰੇ ਤੇ ਇਲਜ਼ਾਮ ਲਾ ਦਿੰਦੇ ਨੇ ਵੀ ਸਿਮਰਨ ਦਾ ਇਲਾਕਾ ਅਸੀਂ ਡੇਰਾ ਖੋਈਏ ਕਿਸੇ ਨਾ ਕਿਸੇ ਤਰੀਕੇ ਨਾਲ। ਹੁਣ ਮੇਰੇ ਬਜ਼ੁਰਗ ਵਿਚਾਰੇ, ਮੇਰੇ ਇਲਾਕਾ ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ, ਮੇਰੇ ਬਜ਼ੁਰਗਾਂ ਦਾ ਇਹ ਡੇਰਾ, ਮੇਰੇ ਬਜ਼ੁਰਗ ਇਹਨਾਂ ਗਲੀਆਂ ਦੇ ਵਿੱਚ ਮਰ ਗਏ ਵਿਚਾਰੇ, ਤੇ ਮੈਂ ਇਹ ਡੇਰਾ ਇਹਨਾਂ ਦੇ ਨਾਮ ਕਿਵੇਂ ਕਰ ਦੂੰਗੀ? ਮੈਨੂੰ ਇਹ ਦੱਸੋ ਤੁਸੀਂ। ਨਹੀਂ ਵੇਚਿਆ, ਬਿਲਕੁਲ ਨਹੀਂ ਵੇਚਿਆ, ਸਰਾਸਰ ਗਲਤ, ਬਿਲਕੁਲ ਝੂਠੇ ਨੇ ਜੀ। ਮੈਂ ਉਹਨਾਂ ਨੂੰ ਕਹਿ ਰਹੀ ਹਾਂ ਵੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰੋ। ਜੇਕਰ ਮੈਂ ਇਹਨਾਂ ਨੂੰ ਸਟੈਂਪ ਵੇਚੇ ਨੇ ਤੇ ਇਹਨਾਂ ਕੋਲ ਕੋਈ ਰਜਿਸਟਰੀ ਹੈ ਜਾਂ ਕੋਈ ਮਕਾਨ ਦਾ ਕੋਈ ਕੁਛ ਹੈ ਤਾਂ ਇਹ ਪੇਸ਼ ਕਰਨ ਕੋਰਟ ਦੇ ਮਾਨਯੋਗ ਅਦਾਲਤ ਦੇ ਵਿੱਚ। ਮੈਨੇ ਇਹ ਕੋਈ ਕੇਸ ਫਾਈਲ ਕੀਤਾ, ਜਿਹੜੀ ਇਹ ਬਕਵਾਸ ਕਰਦੇ ਨੇ। ਕੁਛ ਮਹੀਨੇ ਪਹਿਲਾਂ ਹੀ ਮੈਨੂੰ ਇਹ ਗੱਲ ਪਤਾ ਚੱਲੀ ਹੈ ਤੇ ਮੈਨੇ ਉਦੋਂ ਹੀ ਆਪਣਾ ਕੇਸ ਫਾਈਲ ਕੀਤਾ ਵੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਮੈਂ ਆਪਣਾ ਡੇਰਾ ਨਹੀਂ ਹਥਿਆ ਸਕਦੀ ਕਿਸੇ ਨੂੰ। ਮੇਰੇ ਇਹ ਬਜ਼ੁਰਗਾਂ ਦਾ ਡੇਰਾ ਹੈ ਔਰ ਬਜ਼ੁਰਗਾਂ ਦੇ ਡੇਰੇ ਦੇ ਪਿੱਛੇ ਜੇਕਰ ਇਹੋ ਜਿਹਾ ਕੰਮ ਹੋਊਗਾ, ਅਗਰ ਮੇਰੀ ਜਾਨ ਵੀ ਚਲੀ ਜਾਵੇ, ਮੈਂ ਆਪਣੇ ਹੱਸ ਕੇ ਜਾਨ ਦੇਵਾਂਗੀ। ਜੇਕਰ ਪ੍ਰਸ਼ਾਸਨ ਜਾਂ ਪੁਲਿਸ ਕਿਸੇ ਚੀਜ਼ ਦੀ ਇਨਵੈਸਟੀਗੇਸ਼ਨ ਕਰਦੀ ਹੈ, ਤੁਹਾਨੂੰ ਛੱਡਣਾ ਪੈ ਜਾਂਦਾ, ਛੱਡੋਗੇ? ਕਿਵੇਂ ਜੀ? ਪੁਲਿਸ ਇਨਵੈਸਟੀਗੇਸ਼ਨ ਕਰ ਲੈਂਦੀ ਹੈ, ਉਹ ਸਹੀ ਹੋ ਜਾਂਦੇ ਆ, ਤੁਸੀਂ ਜਿਹੜੇ ਤੁਹਾਡੇ ਸਟਾਮ ਹੈ ਉਹ ਕਿਤੇ ਬੋਲ ਜਾਂਦੇ ਆ, ਤੇ ਫਿਰ ਤੁਸੀਂ ਛੱਡਣ ਨੂੰ ਤਿਆਰ ਹੋ, ਅਦਰਵਾਈਜ਼ ਨਹੀਂ? ਇਹ ਸੁਣੋ ਮੇਰੀ ਗੱਲ, ਬਾਕੀ ਜਿਹੜੇ ਕਬਜ਼ੇ ਹੁੰਦੇ ਨੇ ਜਾਂ ਕੁਝ ਹੁੰਦਾ, ਤੁਸੀਂ ਕਹਿੰਦੇ ਵੀ ਕਬਜ਼ਾ ਕਰ ਲਿਆ, ਫਲਾਨਾ ਕਰ ਲਿਆ, ਢਿਮਕਾ ਕਰ ਲਿਆ, ਇਹ ਕਬਜ਼ੇ ਮਕਾਨਾਂ ਦੇ ਹੁੰਦੇ ਨੇ। ਲੇਕਿਨ ਜਿਹੜੇ ਡੇਰੇ ਦੇ ਬਜ਼ੁਰਗ ਇੱਥੇ ਬਸ ਕੇ ਗਏ ਨੇ, ਕਿੰਨਰ ਲੋਕ ਜਿਨ੍ਹਾਂ ਦੀ ਬਲੇਸਿੰਗਸ ਦੇ ਨਾਲ ਇਹ ਸੰਸਾਰ ਟਿਕਿਆ ਹੋਇਆ ਹੈ, ਜਿਨ੍ਹਾਂ ਨੂੰ ਇਹਨਾਂ ਦੀ ਇੰਪੋਰਟੈਂਸੀ ਪਤਾ ਹੈ, ਅੱਜ ਮੇਰੇ ਨਾਲ ਕੋਈ ਬਦਸਲੂਕੀ ਕਰ ਲਊਗਾ, ਕੋਈ ਵਧੀਕੀ ਕਰ ਵੀ ਲਊਗਾ ਜਾਂ ਇਹ ਕਰਵਾ ਵੀ ਲੈਣਗੇ, ਲੇਕਿਨ ਉਹ ਉੱਪਰ ਵਾਲਾ ਕਦੇ ਇਹਨਾਂ ਨੂੰ ਕਦੇ ਸੁਖੀ ਨਹੀਂ ਰਹਿਣ ਦਊਗਾ, ਨਾ ਪ੍ਰਸ਼ਾਸਨ ਨੂੰ, ਨਾ ਕੋਈ ਇਹੋ ਜਿਹਾ ਰਸਤਾ ਕੱਢ ਦਿੰਦਾ ਹੁੰਦਾ। ਮੇਰੇ ਨਾਲ ਸੱਚਾਈ ਹੈ ਔਰ ਮੇਰੀ ਸੱਚਾਈ ਸਦਾ ਅਮਰ ਰਹੂਗੀ। ਮੇਰੀ ਸੱਚਾਈ ਬਿਲਕੁਲ ਅਟੱਲ ਹੈ ਔਰ ਮੈਂ ਆਪਣੀ ਸੱਚਾਈ ਦੇ ਉੱਤੇ ਆਪਣਾ ਪੂਰੀ ਕਨਸਟੈਂਟ ਬਲੀਵ ਹੈਗਾ ਮੇਰਾ ਆਪਣੀ ਸੱਚਾਈ ਤੇ। ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਦੇਖਿਆ, ਚਾਹੇ ਇਲਜ਼ਾਮ ਲੱਗ ਰਹੇ ਸੀ ਪਰ ਸਿਮਰਨ ਮਹੰਤ ਅੱਜ ਇੱਥੇ ਡੇਰੇ ਦੇ ਵਿੱਚ ਬੈਠੇ ਔਰ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਪ੍ਰਸ਼ਾਸਨ ਤੇ ਭਰੋਸਾ ਹੈ, ਜਿਸ ਤਰ੍ਹਾਂ ਪ੍ਰਸ਼ਾਸਨ ਕਰਦਾ ਇਨਵੈਸਟੀਗੇਸ਼ਨ ਕਰੇ ਉਸ ਦੇ ਵਿੱਚ ਮੈਂ ਤਿਆਰ ਹਾਂ ਔਰ ਮੈਨੂੰ ਸੱਚਾਈ ਤੇ ਭਰੋਸਾ, ਪਰਮਾਤਮਾ ਤੇ ਭਰੋਸਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਬਕਵਾਸ ਕਰ ਰਹੇ ਨੇ, ਬੇਤੁਕੀਆਂ ਗੱਲਾਂ ਕਰ ਰਹੇ ਨੇ ਕਿ ਸਾਡੇ ਬੱਚੇ ਇਹਨਾਂ ਨੇ ਕਿਡਨੈਪ ਕਰ ਲਏ। ਮੈਂ ਪਟਿਆਲੇ ਦੇ ਵਿੱਚ ਇੰਨੇ ਸਾਲਾਂ ਤੋਂ ਰਹਿ ਰਹੀ ਹਾਂ, ਮੇਰੇ ਪਟਿਆਲਾ ਵਾਸੀਆਂ ਨੂੰ ਵੀ ਪਤਾ ਹੈ ਮੇਰੇ ਉੱਤੇ ਕਿੰਨੇ ਮੇਰੇ ਨਾਲ ਝਗੜੇ ਹੁੰਦੇ ਨੇ। ਅੱਜ ਤੱਕ ਮੈਂ ਉਹਨਾਂ ਨੂੰ ਕਿਡਨੈਪ ਕੀਤਾ। ਮੈਂ ਹਮੇਸ਼ਾ ਕਾਨੂੰਨ ਦਾ ਜਾਂ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਨੀ ਹੈ ਔਰ ਆਪਣਾ ਕਾਨੂੰਨੀ ਤਰੀਕੇ ਦੇ ਨਾਲ ਚੱਲਣ ਵਾਲਾ ਇਨਸਾਨ ਹਾਂ ਮੈਂ। ਔਰ ਜੇਕਰ ਇਸ ਤਰ੍ਹਾਂ ਦੀ ਗੱਲ ਹੋਈ ਹੈ ਤਾਂ ਉਹ ਆਪਣੇ ਕਾਰਵਾਈ ਪਾਉਣ, ਤਾਂ ਪੁਲਿਸ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ, ਇਨਵੈਸਟੀਗੇਸ਼ਨ ਕਰਨ। ਮੇਰੀ ਮਾਨਯੋਗ ਮੇਰਾ ਪੂਰਾ ਪ੍ਰਸ਼ਾਸਨ ਜਿੰਨਾ ਪਟਿਆਲੇ ਦਾ ਹੈ ਉਹ ਇਨਵੈਸਟੀਗੇਸ਼ਨ ਕਰਨ ਇਸ ਚੀਜ਼ ਦੀ। ਤੇ ਉਹ ਬੱਚੇ ਜਿਹੜੇ ਕਹਿ ਰਹੇ ਨੇ, ਉਹ ਜੇਕਰ ਮੈਂ ਇਹ ਜਾਂ ਕੁਝ ਕਰਾਇਆ ਹੋਵੇ ਤਾਂ ਮੈਨੂੰ ਪ੍ਰਸ਼ਾਸਨ ਪੂਰੀ ਇਨਵੈਸਟੀਗੇਸ਼ਨ ਦੇ ਨਾਲ ਤਾਂ ਜੋ ਵਿਦ ਪ੍ਰੂਫ ਜੋ ਚੋਰ ਦਾ ਹਾਲ ਉਹ ਮੇਰਾ ਹਾਲ।
ਬਿਲਕੁਲ। ਸੋ ਇਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਪ੍ਰਸ਼ਾਸਨ ਤੇ ਮੇਰੀ ਉਮੀਦ ਟਿਕੀ ਹੋਈ ਹੈ, ਜੇਕਰ ਮੈਂ ਕਿਤੇ ਗਲਤ ਹਾਂ ਜੋ ਚੋਰ ਨਾਲ ਹੋਣਾ ਉਹ ਮੇਰੇ ਨਾਲ ਵੀ ਹੋਵੇ, ਪਰ ਮੈਂ ਆਪਣੇ ਡੇਰੇ ਵਿੱਚ ਬੈਠੀ ਹਾਂ, ਇਹ ਡੇਰੇ ਨਹੀਂ ਵਿਕ ਸਕਦੇ। ਸੋ ਜਿਹੜੇ ਅਸਟਾਮ ਹੈ ਉਹ ਕੋਰਟ ਦੇ ਵਿੱਚੋਂ ਪ੍ਰੂਫ ਕਰ ਦੇਣ, ਜੇਕਰ ਇਹ ਗਲਤ ਹੋਣਗੇ ਤੇ ਉਸ ਦੇ ਲਈ ਵੀ ਤਿਆਰ ਨੇ ਸਜ਼ਾ ਭੁਗਤਣ ਦੇ ਲਈ, ਕਿਉਂਕਿ ਸੱਚਾਈ ਦੀ ਇਹਨਾਂ ਦਾ ਕਹਿਣਾ ਹੈ ਕਿ ਜਿੱਤ ਹੋਣੀ ਹੈ ਤੇ ਮੈਂ ਸੱਚ ਦੇ ਨਾਲ ਖੜੀ ਹਾਂ ਤੇ ਮੇਰੀ ਵੀ ਜਿੱਤ ਯਕੀਨੀ ਹੋਵੇਗੀ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।